ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਕਮਲਜੀਤ ਕੌਰ। ਦਰਸ਼ਕੋ, ਅੱਜ ਅਸੀਂ ਗੱਲ ਕਰ ਰਹੇ ਹਾਂ ਅਫਗਾਨਿਸਤਾਨ ਦੀ। ਦਰਅਸਲ ਅਫਗਾਨਿਸਤਾਨ ਦੇ ਜੋ ਹਾਲਾਤ ਨੇ ਉਹ ਦਿਨ ਬਾ ਦਿਨ ਵਿਗੜਦੇ ਹੋਏ ਨਜ਼ਰ ਆ ਰਹੇ ਨੇ। ਇਹਨਾਂ ਵਿਗੜਦੇ ਹੋਏ ਹਾਲਾਤਾਂ ਤੇ ਜੋ ਚਿੰਤਤ ਹਰ ਕੋਈ ਦਿਖਾਈ ਦੇ ਰਿਹਾ ਹੈ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨੀਆਂ ਵੱਲੋਂ ਘੱਟ ਗਿਣਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਆ ਰਹੇ ਹਨ। ਇਸ ਦੇ ਨਾਲ ਹੀ ਜੋ ਧਾਰਮਿਕ ਸਥਾਨ ਹਨ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਮੁੱਦਾ ਵੀ ਕਾਫੀ ਗਰਮਾਇਆ ਹੋਇਆ ਹੈ। ਦੱਸ ਦਈਏ ਕਿ ਜਦੋਂ ਤੋਂ ਅਮਰੀਕੀ ਫੌਜਾਂ ਵਾਪਸ ਪਰਤੀਆਂ ਹਨ ਉਸ ਸਮੇਂ ਤੋਂ ਤਾਲਿਬਾਨੀਆਂ ਵੱਲੋਂ ਲਗਾਤਾਰ ਤਸ਼ੱਦਦ ਢਾਇਆ ਜਾ ਰਿਹਾ ਹੈ। ਅਫਗਾਨਿਸਤਾਨ ਦੇ ਵਿਗੜਦੇ ਹੋਏ ਹਾਲਾਤਾਂ ਤੋਂ ਬਾਅਦ ਜੋ ਕਾਬੁਲ ਤੋਂ ਲੋਕ ਪਰਤੇ ਸਨ ਵਾਪਸ ਭਾਰਤ, ਉਹਨਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਦੀ ਸੁਰੱਖਿਆ ਦੇ ਲਈ ਚਿੰਤਾ ਪ੍ਰਗਟਾਈ ਗਈ ਹੈ। ਦੱਸ ਦਈਏ ਕਿ ਉਹਨਾਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਦੀ ਅਤੇ ਉਹਨਾਂ ਦੇ ਜੋ ਰਿਸ਼ਤੇਦਾਰ ਅਫਗਾਨਿਸਤਾਨ ਦੇ ਵਿੱਚ ਹਨ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ। ਇਸ ਪੂਰੇ ਮਾਮਲੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 2012 ਤੋਂ ਕੁਝ ਪਰਿਵਾਰ ਜੋ ਲੁਧਿਆਣੇ ਦੇ ਵਿੱਚ ਰਹਿ ਰਹੇ ਹਨ, ਇਹ ਪਰਿਵਾਰ ਕਾਬੁਲ ਤੋਂ ਪਰਤੇ ਸਨ। ਉੱਥੇ ਦੇ ਹਾਲਾਤਾਂ ਨੂੰ ਦੇਖ ਕੇ ਇਹ ਪਰਿਵਾਰ ਉੱਥੋਂ ਭਾਰਤ ਆਏ ਸਨ। ਭਾਰਤ ਦੇ ਵਿੱਚ ਇਹਨਾਂ ਨੂੰ ਨਾਗਰਿਕਤਾ ਮਿਲੀ, ਪਰ ਉਸ ਤਰ੍ਹਾਂ ਦਾ ਜੋ ਰਹਿਣ ਸਹਿਣ ਹੈ ਉਹ ਹਾਸਲ ਨਹੀਂ ਕਰ ਸਕੇ। ਆਰਥਿਕ ਹਾਲਾਤ ਇਸ ਕਦਰ ਮਾੜੇ ਹਨ ਕਿ ਇਹ ਪਰਿਵਾਰ ਆਪਣੇ ਬੱਚਿਆਂ ਦਾ ਜੋ ਪੜ੍ਹਾਈ ਲਿਖਾਈ ਹੈ ਜਾਂ ਫਿਰ 2 ਵੇਲੇ ਦੀ ਰੋਟੀ ਹੈ ਉਹ ਵੀ ਮੁਸ਼ਕਿਲ ਦੇ ਨਾਲ ਇਹਨਾਂ ਨੂੰ ਨਸੀਬ ਹੁੰਦੀ ਹੈ। ਇੱਥੋਂ ਤੱਕ ਕਿ ਚਾਹ ਬਣਾਉਣ ਦੇ ਲਈ ਇਹਨਾਂ ਕੋਲ ਪੂਰੀ ਸਮੱਗਰੀ ਵੀ ਨਹੀਂ ਹੁੰਦੀ। ਇਹਨਾਂ ਵੱਲੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਇਸ ਪੂਰੇ ਮਾਮਲੇ ਤੇ ਜਦੋਂ ਅਸੀਂ SGPC ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੇ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ, ਜਿਸ ਤੋਂ ਬਾਅਦ SGPC ਮੈਂਬਰ ਮੋਹਿੰਦਰ ਸਿੰਘ ਅਯਾਲੀ ਦੇ ਨਾਲ ਅਸੀਂ ਫੋਨ ਤੇ ਗੱਲਬਾਤ ਕੀਤੀ ਹੈ ਤੇ ਉਹਨਾਂ ਕੋਲੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਅਫਗਾਨਿਸਤਾਨ ਤੋਂ ਪਰਤੇ ਹੋਏ ਜੋ ਭਾਰਤ ਪਰਿਵਾਰ ਪਰਤੇ ਨੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਜੋ ਪਰਿਵਾਰ ਅਫਗਾਨਿਸਤਾਨ ਦੇ ਵਿੱਚ ਰਹਿ ਰਹੇ ਨੇ ਜਾਂ ਧਾਰਮਿਕ ਸਥਾਨ ਅਫਗਾਨਿਸਤਾਨ ਦੇ ਵਿੱਚ ਨੇ ਉਹਨਾਂ ਦੇ ਲਈ SGPC ਵੱਲੋਂ ਕੀ ਕੀਤਾ ਜਾ ਰਿਹਾ ਹੈ। ਇੱਕ ਨਜ਼ਰ ਪਾਉਂਦੇ ਆ ਇਸ ਤੇ। ਜੀ ਸਰਦਾਰ ਮਹਿੰਦਰ ਸਿੰਘ ਜੀ ਅਯਾਲੀ ਦੇ ਨਾਲ ਗੱਲਬਾਤ ਹੋ ਰਹੀ ਹੈ। ਜੀ 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 ਸਰ, ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਅਕਾਲ ਚੈਨਲ ਦੇ ਮਾਧਿਅਮ ਰਾਹੀਂ। ਅਫਗਾਨਿਸਤਾਨ ਦੀ ਜੇਕਰ ਗੱਲ ਕਰੀਏ, ਅਫਗਾਨਿਸਤਾਨ ਦੇ ਵਿੱਚ ਹਾਲਾਤ ਕਾਫੀ ਜੋ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਤੇ ਜੋ ਸਿੱਖ ਪਰਿਵਾਰ ਨੇ ਜਾਂ ਫਿਰ ਗੁਰਧਾਮਾਂ ਹੈਗੇ ਆ ਉਹਨਾਂ ਦੀ ਜੋ ਸੁਰੱਖਿਆ ਹੈ ਉਸ ਦੇ ਲਈ SGPC ਵੱਲੋਂ ਕੋਈ ਕਦਮ ਚੁੱਕੇ ਜਾ ਰਹੇ ਨੇ? ਕਿਉਂਕਿ ਜੇਕਰ ਅਸੀਂ ਜਿਸ ਤਰ੍ਹਾਂ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਮਰੀਕੀ ਫੌਜਾਂ ਦੇ ਜਾਣ ਤੋਂ ਬਾਅਦ ਜੋ ਤਾਲਿਬਾਨੀ ਨੇ ਲਗਾਤਾਰ ਹਮਲੇ ਕਰ ਰਹੇ ਨੇ ਘੱਟ ਗਿਣਤੀਆਂ ਤੇ। ਹਾਂਜੀ ਹਾਂਜੀ ਜੀ ਦੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸਿੱਖਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਤੇ ਸਰਕਾਰਾਂ ਨਾਲ ਗੱਲਬਾਤ ਕਰਦੀ ਰਹਿੰਦੀ ਹੈ। ਪਿੱਛੇ ਵੀ ਜਦੋਂ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਤੇ ਹਮਲੇ ਹੋਏ ਸੀ ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਭਰ ਕੇ ਸਾਹਮਣੇ ਆਈ ਸੀ ਔਰ ਸਰਕਾਰ ਨਾਲ ਗੱਲ ਕੀਤੀ ਸੀ। ਹੁਣ ਵੀ ਅਸੀਂ ਭਾਰਤ ਸਰਕਾਰ ਨੂੰ ਉਦੋਂ ਵੀ ਅਪੀਲ ਕੀਤੀ ਸੀ, ਹੁਣ ਵੀ ਕਰਦੇ ਕਿ ਉਹਨਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਉਹਨਾਂ ਦੇ ਉੱਥੋਂ ਦੀਆਂ ਸਰਕਾਰਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰਨੀ ਚਾਹੀਦੀ ਹੈ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਜਿਵੇਂ ਅਫਗਾਨਿਸਤਾਨ ਤੋਂ ਕੁਝ ਸਿੱਖ ਉੱਜੜ ਕੇ ਆਏ ਸੀ, ਜਿਵੇਂ ਲੁਧਿਆਣੇ 'ਚ ਠਹਿਰੇ ਨੇ ਜਾਂ ਹੋਰ ਕਿਤੇ ਠਹਿਰੇ ਨੇ, ਉਹਨਾਂ ਦੀ ਮਾਲੀ ਮਦਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਿੱਛੇ ਵੀ ਕੀਤੀ ਗਈ ਆ। ਅੱਗੇ ਵੀ ਜੇ ਉਹਨਾਂ ਨੂੰ ਕੋਈ ਜ਼ਰੂਰਤ ਹੋਵੇ ਤਾਂ ਸ਼੍ਰੋਮਣੀ ਕਮੇਟੀ ਉਹਨਾਂ ਦੇ ਨਾਲ ਹੈ, ਕੋਈ ਗੱਲ ਨਹੀਂ, ਕਿਸੇ ਕਿਸਮ ਦੀ ਦਿੱਕਤ ਨਹੀਂ ਹੋਣ ਦਿੱਤੀ ਜਾਵੇਗੀ। ਬਾਕੀ ਜੋ ਸਾਡੇ ਕੋਲ ਕੋਈ ਮੰਗ ਕਰੇਗਾ ਜਾਂ ਸੰਗਤ ਆਵੇਗੀ ਤਾਂ ਅਸੀਂ ਉਹਨਾਂ ਦੀ ਗੱਲ ਪੂਰੀ ਸੁਣਾਂਗੇ। ਜੀ ਬਿਲਕੁਲ। ਲੁਧਿਆਣਾ ਦੇ ਵਿੱਚ 5 ਪਰਿਵਾਰ ਹੈਗੇ ਆ ਜੋ ਕਹਿ ਰਹੇ ਨੇ ਕਿ ਅਸੀਂ 2012 ਤੋਂ ਅਫਗਾਨਿਸਤਾਨ ਤੋਂ ਕਾਬੁਲ ਤੋਂ ਪਰਤੇ ਹੋਏ ਆ ਵੀ ਸਾਡੇ ਆਰਥਿਕ ਹਾਲਾਤ ਇੰਨੇ ਕੁ ਖਰਾਬ, ਨਾ ਤਾਂ ਅਸੀਂ ਬੱਚਿਆਂ ਨੂੰ ਪੜ੍ਹਾ ਸਕਦੇ ਆ ਤੇ ਨਾ ਹੀ ਸਾਡੀ ਰੋਟੀ ਜੋ ਸਹੀ ਢੰਗ ਨਾਲ ਚੱਲਦੀ ਆ। ਇਸ ਬਾਰੇ ਕੋਈ ਜਾਣਕਾਰੀ ਹੈ ਤੁਹਾਨੂੰ? ਹਾਂ ਬਿਲਕੁਲ ਜੀ, ਜਿਹੜੇ ਲੁਧਿਆਣਾ ਦੇ ਪਰਿਵਾਰ ਨੇ, ਮੇਰਾ 4 ਨੇ, 5 ਨੇ, 6 ਨੇ, ਮੈਨੂੰ ਪੂਰਾ ਯਾਦ ਨਹੀਂ ਹੈਗਾ, ਪਰੰਤੂ ਇਹ ਪਰਿਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸਾਹਿਬ ਸੀਗੇ ਸ਼੍ਰੋਮਣੀ ਗੁਰਦੁਆਰਾ ਜਿਹੜੇ ਉਦੋਂ ਸਾਨੂੰ ਮਿਲੇ ਸੀਗੇ। ਅਸੀਂ ਉਹਨਾਂ ਦੀ ਮਦਦ ਕੀਤੀ ਹੈ, ਅਸੀਂ ਬਕਾਇਦਾ ਉਹਨਾਂ ਦੀ ਫਾਈਨੈਂਸ਼ੀਅਲ ਮਦਦ ਕੀਤੀ ਸੀ। ਸਾਡੇ ਇੰਸਪੈਕਟਰ ਜਾ ਕੇ ਉਹਨਾਂ ਨੂੰ ਚੈੱਕ ਦੇ ਕੇ ਆਏ ਸੀ। ਉਹਨਾਂ ਨੇ ਇਹ ਵੀ ਅਸੀਂ ਕਿਹਾ ਸੀ ਤੁਹਾਨੂੰ ਕੋਈ ਹੋਰ ਜ਼ਰੂਰਤ ਹੈ ਤਾਂ ਸਾਨੂੰ ਦੱਸੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰੇਗੀ। ਪਰੰਤੂ ਉਦੋਂ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲੀ ਮਦਦ ਕੀਤੀ, ਉਸ ਤੋਂ ਬਾਅਦ ਮੇਰੇ ਕੋਲ ਨਹੀਂ ਆਏ। ਜੇ ਦੁਬਾਰਾ ਵੀ ਉਹਨਾਂ ਨੂੰ ਕੋਈ ਜ਼ਰੂਰਤ ਹੋਵੇ ਤਾਂ ਸ਼੍ਰੋਮਣੀ ਕਮੇਟੀ ਉਹਨਾਂ ਦੇ ਨਾਲ।
ਜੀ ਜੀ ਬਿਲਕੁਲ, ਜਿਸ ਤਰ੍ਹਾਂ SGPC ਇੱਕ ਸਿਰਮੌਰ ਸੰਸਥਾ ਹੈ, ਬੀਬੀ ਜਗੀਰ ਕੌਰ ਸਭ ਕੁਝ ਇੱਧਰ ਹੁਣ ਦੇਖ ਰਹੇ ਆ, ਇਸ ਤੋਂ ਪਹਿਲਾਂ ਭਾਈ ਲੰਗੋਵਾਲ ਜੀ ਸੀ ਸਨ, ਤੇ ਬਹੁਤ ਵਾਰ ਕਦਮ ਚੁੱਕੇ ਜਾ ਰਹੇ ਨੇ ਲੋਕ ਭਲਾਈ ਦੇ ਜੋ ਪ੍ਰਚਾਰ ਦੇ ਲਈ, ਪ੍ਰਸਾਰ ਦੇ ਲਈ। ਤੇ ਜੇਕਰ ਅਫਗਾਨਿਸਤਾਨ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਸਰਕਾਰ ਨੂੰ ਜਾਂ ਫਿਰ ਭਾਰਤ ਸਰਕਾਰ ਨੂੰ ਕੋਈ ਮੰਗ ਪੱਤਰ ਜਾਂ ਫਿਰ ਉੱਥੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਹੁਣ ਘੱਟ ਗਿਣਤੀਆਂ ਜੇਕਰ ਦੇਖੀਏ ਤਾਂ ਬੜੀ ਸਮੱਸਿਆ ਪੇਸ਼ ਆ ਰਹੀ ਹੈ ਉਹਨਾਂ ਨੂੰ ਅਜਿਹੇ ਹਾਲਾਤਾਂ 'ਚ। ਦੇਖੋ ਜੀ, ਸਮੇਂ-ਸਮੇਂ ਜਦੋਂ ਹਾਲਾਤ ਵਿਗੜਦੇ ਸੀ, ਉਦੋਂ ਵੀ ਜਦੋਂ ਉੱਥੇ ਸਿੱਖਾਂ ਦਾ ਕਤਲ ਹੋਇਆ ਸੀਗਾ, ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਸਰਕਾਰ ਗ੍ਰਹਿ ਮੰਤਰਾਲੇ ਨੂੰ ਲਿਖਿਆ ਗਿਆ ਸੀਗਾ ਵੀ ਸਿੱਖਾਂ ਦੀ ਜਾਨ ਤੇ ਮਾਲ ਦੀ ਰਾਖੀ ਕੀਤੀ ਜਾਵੇ ਔਰ ਉੱਥੋਂ ਦੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ। ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੇ ਮੰਨ ਲਓ ਉਹਨਾਂ ਨੂੰ ਕੋਈ ਦਿੱਕਤ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲ ਦੇ ਆਧਾਰ ਤੇ ਸਿੱਖਾਂ ਦੀ ਮਦਦ ਲਈ ਤੇ ਭਾਰਤ ਸਰਕਾਰ ਨੂੰ ਵੀ ਲਿਖ ਲੇਗੀ ਔਰ ਭਾਰਤ ਸਰਕਾਰ ਨੂੰ ਦੁਬਾਰਾ ਅਪੀਲ ਕਰੇਗੀ ਵੀ ਉੱਥੋਂ ਦੀ ਸਰਕਾਰਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਸਿੱਖਾਂ ਦੀ ਜਾਨ ਤੇ ਮਾਲ ਦੀ ਰਾਖੀ ਕੀਤੀ ਜਾਵੇ। ਔਰ ਜਿਵੇਂ ਤੁਸੀਂ ਪਰਿਵਾਰ ਲੁਧਿਆਣੇ 'ਚ ਬੈਠੇ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ, ਜੇ ਇਹਨਾਂ ਨੂੰ ਕੋਈ ਦਿੱਕਤ ਹੈ ਤੇ ਦੁਬਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆ ਕੇ ਆਪਣੀ ਮੰਗ ਰੱਖ ਸਕਦੇ ਆ। ਮਾਨਯੋਗ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਜੀ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸੋ ਤੁਸੀਂ ਸੁਣਿਆ SGPC ਮੈਂਬਰ ਮਹਿੰਦਰ ਸਿੰਘ ਅਯਾਲੀ ਨੂੰ। ਉਹਨਾਂ ਦਾ ਕਹਿਣਾ ਹੈ ਕਿ SGPC ਆਪਣੇ ਵੱਲੋਂ ਪੂਰੇ ਯਤਨ ਕਰ ਰਹੀ ਹੈ ਤੇ ਪਰਿਵਾਰਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਪਰ ਹੁਣ ਇੱਕ ਨਜ਼ਰ ਪਾਵਾਂਗੇ ਉਹਨਾਂ ਪਰਿਵਾਰਾਂ ਤੇ ਜੋ ਲੁਧਿਆਣੇ ਦੇ ਵਿੱਚ ਰਹਿ ਰਹੇ ਨੇ। 2012 ਤੋਂ ਉਹ ਅਫਗਾਨਿਸਤਾਨ ਤੋਂ ਪਰਤੇ ਸਨ। ਉਹਨਾਂ ਦਾ ਕਹਿਣਾ ਹੈ ਕਿ ਹਾਲਾਤ ਜੋ ਨੇ ਉਹ ਬਦ ਤੋਂ ਬੱਤਰ ਨੇ, ਰਹਿਣ ਦੀ ਜਗ੍ਹਾ ਨਹੀਂ ਹੈ, ਛੋਟੇ ਮੋਟੇ ਕੰਮਕਾਰ ਕਰਕੇ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ। ਇਹ ਉਹ ਸਿੱਖ ਪਰਿਵਾਰ ਨੇ ਜੋ ਅਫਗਾਨਿਸਤਾਨ ਦੇ ਉਸ ਸਮੇਂ ਜੋ ਹਾਲਾਤ ਵਿਗੜੇ ਸਨ ਉਦੋਂ ਭਾਰਤ ਪਰਤੇ ਸਨ। ਇਹਨਾਂ ਪਰਿਵਾਰਾਂ ਦਾ ਜੇਕਰ ਹੀਲੇ ਵਸੀਲੇ ਦੀ ਗੱਲ ਕੀਤੀ ਜਾਵੇ, ਪਰਿਵਾਰਾਂ ਦਾ ਕੰਮਕਾਰ ਹੈ, ਕੋਈ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਜਾਂ ਕੋਈ ਰੇੜੀ ਫੜੀ ਲਗਾ ਕੇ ਆਪਣਾ ਮਾੜਾ ਮੋਟਾ ਗੁਜ਼ਾਰਾ ਕਰਦਾ ਹੈ। ਇੱਕ ਨਜ਼ਰ ਪਾਉਂਦੇ ਆ ਇਸ ਤੇ। ਅਫਗਾਨਿਸਤਾਨ ਦੇ ਵਿੱਚ ਅਮਰੀਕੀ ਫੌਜਾਂ ਦੇ ਪਰਤ ਜਾਣ ਤੋਂ ਬਾਅਦ ਤਾਲਿਬਾਨੀਆਂ ਵੱਲੋਂ ਆਪਣਾ ਜੁਰਮ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਖਾਸ ਤੌਰ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਦਿਨੀ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਕਿ ਤਾਲਿਬਾਨੀਆਂ ਵੱਲੋਂ ਘੱਟ ਗਿਣਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਅਫਗਾਨਿਸਤਾਨ ਦੇ ਵਿੱਚ ਰਹਿਣ ਵਾਲੇ ਹਿੰਦੂ ਅਤੇ ਸਿੱਖ ਪਰਿਵਾਰ ਮੰਦਰ ਜਾਂ ਫਿਰ ਗੁਰਦੁਆਰੇ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਚੁੱਕੇ ਨੇ ਅਤੇ ਜੋ ਪਰਿਵਾਰ ਪਹਿਲਾਂ ਅਫਗਾਨਿਸਤਾਨ ਛੱਡ ਕੇ ਭਾਰਤ ਕਈ ਸਾਲ ਪਹਿਲਾਂ ਹੀ ਆ ਗਏ, ਉਹਨਾਂ ਦੇ ਹਾਲਾਤ ਵੀ ਕੁਝ ਬਹੁਤੇ ਚੰਗੇ ਨਹੀਂ ਹਨ। ਹਾਲਾਂਕਿ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਭਾਰਤੀ ਨਾਗਰਿਕਤਾ ਦੇ ਦਿੱਤੀ ਗਈ ਹੈ, ਪਰ ਸਹੂਲਤਾਂ ਵਜੋਂ ਅਜੇ ਵੀ ਇਹ ਪਰਿਵਾਰ ਵਾਂਝੇ ਹਨ। ਇਹਨਾਂ ਪਰਿਵਾਰਾਂ ਨੇ ਆਪਣੀ ਹੱਡਬੀਤੀ ਬਿਆਨ ਕੀਤੀ। ਉਹਨਾਂ ਨੇ ਦੱਸਿਆ ਕਿ 2012 ਦੇ ਵਿੱਚ ਉਹ ਅਫਗਾਨਿਸਤਾਨ ਦੇ ਕਾਬੁਲ ਤੋਂ ਭਾਰਤ ਪਰਤੇ ਸਨ। ਉੱਥੇ ਹਾਲਾਤ ਖਰਾਬ ਹੋਣ ਤੋਂ ਬਾਅਦ ਉਹ ਭਾਰਤ ਆਏ ਸਨ। ਤਾਲਿਬਾਨੀਆਂ ਵੱਲੋਂ ਘੱਟ ਗਿਣਤੀਆਂ ਤੇ ਅਜੇ ਵੀ ਜ਼ੁਲਮ ਢਾਇਆ ਜਾ ਰਿਹਾ ਹੈ। ਬੀਤੇ ਮਹੀਨਿਆਂ ਦੌਰਾਨ ਗੁਰਦੁਆਰਾ ਸਾਹਿਬਾਨਾਂ ਤੇ ਹਮਲੇ ਹੋਏ ਹਨ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਖੋ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਰਿਸ਼ਤੇਦਾਰ ਅਜੇ ਵੀ ਅਫਗਾਨਿਸਤਾਨ ਦੇ ਵਿੱਚ ਫਸੇ ਹੋਏ ਹਨ ਅਤੇ ਉਹਨਾਂ ਦੀ ਸੁਰੱਖਿਆ ਦੀ ਉਹ ਭਾਰਤ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਉਹਨਾਂ ਨੂੰ ਇੱਥੇ ਦੀ ਨਾਗਰਿਕਤਾ ਦਿੱਤੀ ਜਾਵੇ। ਹਾਲਾਂਕਿ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਆਰਥਿਕ ਹਾਲਾਤ ਬੇਹੱਦ ਖਰਾਬ ਹੋ ਚੁੱਕੇ ਨੇ। ਭਾਰਤ ਦੇ ਵਿੱਚ ਉਹ ਛੋਟਾ-ਮੋਟਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ, ਪਰ ਗੁਜ਼ਾਰਾ ਇੰਨਾ ਨਹੀਂ ਹੋ ਸਕਦਾ ਕਿ ਬੱਚਿਆਂ ਨੂੰ ਪੜ੍ਹਾ ਸਕਣ ਅਤੇ 2 ਵੇਲੇ ਸਹੀ ਢੰਗ ਦੇ ਨਾਲ ਰੋਟੀ ਖਾ ਸਕਣ। ਉਹਨਾਂ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਸਾਨੂੰ ਹੁਣ ਇਹ ਪਰੇਸ਼ਾਨੀ ਹੈ ਕਿ ਮੇਰਾ ਨਾਮ ਸ਼ਮੀ ਸਿੰਘ ਅਫਗਾਨੀ, ਮੈਂ ਛੋਣੀ ਮੱਲੇ ਬੇਲੇ ਰਾਮ ਚੌਂਕ ਤੋਂ 2012 ਨੂੰ ਆਏ ਹੋਏ ਹਾਂ। ਛੋਣੀ ਮੱਲੇ ਕਿਰਾਏ 'ਤੇ ਰਹਿ ਰਹੇ ਹਾਂ। ਇਸ ਟਾਈਮ 'ਤੇ ਸਾਨੂੰ ਬੜੀ ਦੁੱਖਨੀ ਘਟਨਾ ਹੋ ਰਹੀ ਹੈ ਕਾਬਲ ਦੇ ਵਿੱਚ। ਜੋ ਤਾਲਿਬਾਨ ਆਇਆ ਹੋਇਆ ਹੈ, ਇਹ ਜੋ ਅਮਰੀਕਾ ਦੀ ਫੌਜ ਚਲੀ ਗਈ ਹੈ ਤੇ ਉਹਨਾਂ ਨੂੰ ਦਹਿਸ਼ਤ ਵਿੱਚ ਪਾਇਆ ਹੈ। ਉਹ ਘਬਰਾਏ ਹੋਏ ਹੈ, ਸਿੱਖ ਪਰਿਵਾਰ ਔਰ ਹਿੰਦੂ ਪਰਿਵਾਰ। ਸਾਡੇ ਕਾਬਲ ਦੇ ਵਿੱਚ ਅਸੀਂ ਸ਼ੋਰ ਬਾਜ਼ਾਰ ਵਿੱਚ ਰਹਿੰਦੇ ਸੀ। ਜੋ ਲੋਕਡਾਊਨ ਹੋਇਆ ਸੀ ਉਸ ਵੇਲੇ ਹਮਲਾ ਹੋਇਆ ਸੀ ਅਫਗਾਨਿਸਤਾਨ ਸ਼ੋਰ ਬਾਜ਼ਾਰ ਗੁਰੂ ਹਰੀਰਾਜ ਸਾਹਿਬ ਗੁਰਦੁਆਰੇ ਦੇ ਉੱਤੇ, ਤੇ ਅਸੀਂ 2012 ਨੂੰ ਆਏ ਹਾਂ। ਹੁਣ ਸਾਨੂੰ ਬੜੀ ਇੱਕ ਘਟਨਾ ਕਿਹੜੀ ਸੁਣ ਰਹੇ ਹਾਂ ਕਿ ਤਾਲਿਬਾਨ ਲੈ ਰਿਹਾ ਹੈ। ਅਸੀਂ ਸਾਡੀ ਇਹ ਬੇਨਤੀ ਹੈਗੀ ਹੈ ਅਸ਼ਰਫ ਗਨੀ ਤੇ ਆਪਣੇ ਕਿਹੜੇ ਮੁੱਖ ਮੰਤਰੀ ਉੱਥੋਂ ਦੇ ਹੈਗੇ ਪ੍ਰਧਾਨ ਮੰਤਰੀ ਅਫਗਾਨਿਸਤਾਨ ਦੇ ਜੋ ਹੈਗੇ ਹੈ ਆਪਣੇ ਅਸ਼ਰਫ ਗਨੀ ਜੀ, ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਸਿੱਖ ਹਿੰਦੂਆਂ ਦੀ ਸੁਰੱਖਿਆ ਵਧਾਈ ਜਾਵੇ। ਫਿਰ ਵੀ ਦਖਲ ਅੰਦਾਜ਼ੀ ਆਪਾਂ ਨੂੰ ਮੋਦੀ ਸਾਹਿਬ ਨੂੰ ਕਹਿੰਦੇ ਆ ਕਿ ਲੈਣੀ ਚਾਹੀਦੀ ਹੈ,
ਕਿ ਕਿਉਂਕਿ ਘੱਟ ਗਿਣਤੀ ਦੇ ਅਫਗਾਨਿਸਤਾਨ ਦੇ ਵਿੱਚ ਜੋ ਸਿੱਖ ਹਿੰਦੂ ਰਹਿ ਰਹੇ ਹੈ, ਮੰਦਰਾਂ 'ਚ ਗੁਰਦੁਆਰੇ ਸੁਰੱਖਿਆ ਕਰ ਰਹੇ ਹੈ, ਉਹਨਾਂ ਦੀ ਜ਼ਿੰਦਗੀ ਇਸ ਟਾਈਮ 'ਤੇ ਖਤਰੇ 'ਚ ਪਈ ਹੈ। ਜੋ ਤਾਲਿਬਾਨ ਅੱਗੇ ਵਧ ਰਿਹਾ ਹੈ ਉਸ ਟਾਈਮ 'ਤੇ ਅਫਗਾਨਿਸਤਾਨ 'ਚ ਹਾਲਾਤ ਬਹੁਤ ਮਾੜੇ ਚੱਲ ਰਹੇ ਹੈ ਅਤੇ ਸਾਨੂੰ ਉਹ ਪਰੇਸ਼ਾਨੀ ਪਈ ਹੈ ਕਿ ਕਿੱਦਾਂ ਹਾਲਾਤ। ਅਸੀਂ 2012 ਨੂੰ ਆਏ ਹੋਏ ਹਾਂ ਅਤੇ ਸਾਡੀ ਕੋਈ ਉਹ ਨਹੀਂ ਹੋ ਰਹੀ। ਅਫਗਾਨਿਸਤਾਨ 'ਚ ਸਾਡੇ ਘਰੇ ਸਿੱਖ ਭਰਾ ਅਤੇ ਹਿੰਦੂ ਪਰਿਵਾਰ ਰਹਿ ਰਹੇ ਹੈ, ਮੰਦਰ ਦੇ ਵਿੱਚ ਰਹਿ ਰਹੇ ਹੈ, ਗੁਰਦੁਆਰਿਆਂ 'ਚ ਰਹਿ ਰਹੇ ਹੈ। ਉਹਨਾਂ ਦੀ ਸੁਰੱਖਿਆ ਵਧਾਉਣੀ ਚਾਹੀਦੀ ਹੈ ਅਤੇ ਮੋਦੀ ਸਰਕਾਰ ਨੂੰ ਵੀ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਤੁਹਾਡੇ ਰਿਸ਼ਤੇਦਾਰ ਜਿਹੜੇ ਉੱਥੇ ਰਹਿੰਦੇ, ਤੁਹਾਡੀ ਗੱਲਬਾਤ ਹੋਈ ਹੈ? ਹਾਂਜੀ, ਸਾਡੇ ਨਾਲ ਗੱਲਬਾਤ ਹੁੰਦੀ ਪਈ ਹੈ। ਉਹਨਾਂ ਨੂੰ ਇਸ ਟਾਈਮ 'ਤੇ ਵੀ ਉਹਨਾਂ ਦਾ ਖੂਨ ਮਤਲਬ ਉਹ ਉਸ ਪਿਆ ਹੋਇਆ ਹੈ। ਉਹਨਾਂ ਨੂੰ ਡਰ ਹੈਗਾ ਹਿੰਦੂ ਭਾਈਆਂ ਨੂੰ ਅਤੇ ਸਿੱਖਾਂ ਪਰਿਵਾਰਾਂ ਨੂੰ। ਸਾਡੇ ਇਸ ਟਾਈਮ 'ਤੇ ਵੀ ਡਰ ਕੇ ਹਾਲਾਤ ਉਹਨਾਂ ਦੇ ਬਹੁਤ ਮਾੜੇ ਚੱਲ ਰਹੇ ਹੈ। ਅਸੀਂ ਕਿ ਕੋਈ ਅਫਗਾਨਿਸਤਾਨ ਨੂੰ ਤਰਕ ਕਰਕੇ ਤੁਸੀਂ ਇੰਡੀਆ ਦੇ ਵਿੱਚ ਆ ਜਾਓ। ਕਿੱਦਾਂ ਸਾਡੇ ਹਾਲਾਤ ਇੱਦਾਂ ਗੁਜ਼ਰ ਰਹੇ ਹੈ, ਤੁਹਾਡੇ ਵੀ ਹਾਲਾਤ ਇੱਦਾਂ ਚੱਲੂਗਾ। ਕਿੱਦਾਂ ਮੋਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਅਫਗਾਨੀ ਸਿੱਖਾਂ ਨੂੰ ਨਾਗਰਿਕ ਦੇਤੀ ਹੈ, ਸਾਨੂੰ ਲੁਧਿਆਣੇ ਦੇ ਵਿੱਚ ਅਸੀਂ ਰਹਿ ਰਹੇ ਹਾਂ ਅਤੇ ਆਪਣੇ ਕੈਪਟਨ ਸਾਹਿਬ ਨੂੰ ਕਹਿ ਰਹੇ ਹਾਂ ਕੋਈ ਮਦਦ ਸਾਡੇ ਕੋਲ ਨਹੀਂ ਆ ਰਹੀ, ਕੈਪਟਨ ਸਾਹਿਬ ਦੀ ਨਹੀਂ ਆ ਰਹੀ ਮਦਦ। ਅਤੇ ਅਸੀਂ ਇਹ ਕਹਿ ਰਹੇ ਹਾਂ, ਸਾਡੀ ਬੇਨਤੀ ਇਹ ਹੈਗੀ ਹੈ ਅਫਗਾਨਿਸਤਾਨ ਦੇ ਵਿੱਚ ਜੋ ਸਿੱਖ ਪਰਿਵਾਰ, ਹਿੰਦੂ ਪਰਿਵਾਰ ਮੰਦਰ ਵਿੱਚ ਰਹਿ ਰਹੇ ਹਨ, ਉਹਨਾਂ ਦੀ ਸੁਰੱਖਿਆ ਵਧਾਉਣੀ ਚਾਹੀਦੀ ਹੈ। ਅਤੇ ਆਪਣੀ ਗੌਰਮੈਂਟ ਕਿਹੜੀ ਅਫਗਾਨਿਸਤਾਨ ਦੇ ਅਸ਼ਰਫ ਗਨੀ ਨੂੰ ਵੀ ਕਹਿੰਦੇ ਹਾਂ ਕਿ ਉਹਨਾਂ ਨੂੰ ਸੁਰੱਖਿਆ ਦੇਣੀ ਚਾਹੀਦੀ ਹੈ ਅਤੇ ਮੋਦੀ ਨੂੰ ਵੀ ਕਹਿ ਰਹੇ ਹਾਂ ਕਿ ਉਹਨਾਂ ਨੂੰ ਸੁਰੱਖਿਆ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਘੱਟ ਗਿਣਤੀ ਦੇ ਜੋ ਪਰਿਵਾਰ ਰਹਿ ਰਹੇ ਹਨ ਉਹਨਾਂ ਦੀ ਮਾਂ ਨੂੰ ਜਾਨ ਦਾ ਰਕਸ਼ਾ ਕਰਨੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਸੁਰਿੰਦਰ ਸਿੰਘ ਜੋ ਅਫਗਾਨਿਸਤਾਨ 'ਚੋਂ 2012 ਨੂੰ ਆ ਕੇ ਇੱਥੇ ਰਹਿ ਰਿਹਾ ਅਤੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਏ ਹਾਂ। ਮੇਰੇ ਛੋਟੇ ਛੋਟੇ ਪੋਤੇ ਦੋਤੇ ਸਾਰੇ ਮੇਰੇ ਨਾਲ ਹੈਗੇ। ਅੱਛਾ, ਕਿੱਦਾਂ ਦੇ ਹਾਲਾਤ 'ਚ ਰਹਿੰਦੇ ਹੋ? ਕਿੱਦਾਂ ਦੇ ਤੁਹਾਡੇ ਪਰਿਵਾਰ ਮੈਂਬਰ? ਹੁਣ ਆਧਾਰ ਕਾਰਡ ਤੁਹਾਡੇ ਬਣੇ ਆ, ਇੱਥੇ ਕਿੱਦਾਂ ਖਰਚਾ ਪਾਣੀ ਚੱਲਦਾ ਉਹਦੇ ਬਾਰੇ? ਦੇਖੋ ਜੀ, ਸਾਡਾ ਕੋਈ ਆਧਾਰ ਕਾਰਡ ਕੋਈ ਪ੍ਰੂਫ ਨਹੀਂ ਬਣੇ ਹੋਏ। ਸਾਡੇ ਛੋਟੇ ਛੋਟੇ ਬੱਚੇ ਜੋ ਇਸ ਟਾਈਮ ਪੜ੍ਹਾਈ ਤੋਂ ਮਜਬੂਰ ਰਹਿ ਰਹੇ ਹੈ, ਕਿਉਂਕਿ ਜੇ ਅਸੀਂ ਸਰਕਾਰੀ ਸਕੂਲ ਜਾਂਦੇ ਹਾਂ ਤਾਂ ਅਗਲੇ ਕਹਿੰਦੇ ਭਾਈ ਪ੍ਰੂਫ ਦਿਓ। ਜੇ ਆਪਾਂ ਪ੍ਰਾਈਵੇਟ ਤਾਂ ਸਾਡਾ ਹੈ ਹੀ ਨਹੀਂ। ਪ੍ਰਾਈਵੇਟ ਦਾ ਤਨਖਾਹਾਂ ਤੁਹਾਨੂੰ ਪਤਾ ਕਿੰਨੀਆਂ ਹੈਗੀਆਂ। ਅਸੀਂ ਇਸ ਟਾਈਮ ਕੰਮ ਤੋਂ ਵੀ ਲਾਚਾਰ ਹਾਂ ਅਤੇ ਸਾਡਾ ਕੰਮ ਉਹੀ ਚੱਲ ਰਿਹਾ ਹੈ ਕਿ ਜਿਹੜਾ ਆਪਾਂ ਰੋਜ਼ ਕਮਾਈਦਾ ਅਤੇ ਰੋਜ਼ ਹੀ ਖਾਈਦਾ। ਸਵੇਰੇ ਅਸੀਂ ਸਾਡੇ ਕੋਲ ਜੇ ਕੋਈ ਪੈਸਾ ਹੁੰਦਾ ਹੀ ਨਹੀਂ ਹੈਗਾ। ਉਹ ਵੀ ਜਦੋਂ ਆਪਾਂ ਉੱਥੋਂ ਆਏ ਹਾਂ ਬਿਲਕੁਲ ਨੰਗ ਆਏ ਹਾਂ। ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਸਾਡੇ ਨਾਲ ਮਦਦ ਹੋਈ ਹੈ ਕਿ ਜਿਹੜਾ ਆਪਾਂ ਮਾਲ ਪਾ ਕੇ ਨਾ ਫੇਰੀ ਲਾ ਕੇ ਅਤੇ ਬੱਚਿਆਂ ਦਾ ਪੇਟ ਪਾ ਰਹੇ ਹਾਂ ਅਤੇ ਘਰ ਦਾ ਗੁਜ਼ਾਰਾ ਕਰ ਰਹੇ ਹਾਂ। ਅੱਛਾ, ਬੱਚੇ ਇੱਕ ਨਿਰਾਸ਼ ਹੈਗੇ ਕਿ ਪੜ੍ਹ ਨਹੀਂ ਪਾਉਂਦੇ ਹੈਗੇ? ਦੇਖੋ ਜੀ, ਬੱਚੇ ਸਾਡੇ ਬਿਲਕੁਲ ਨਿਰਾਸ਼ ਹੈ ਇਸ ਟਾਈਮ। ਬੱਚੇ ਆਹੀ ਕਹਿੰਦੇ ਕਿ ਦੂਜੇ ਬੱਚੇ ਸਾਨੂੰ ਕਹਿੰਦੇ ਦਾਦੂ ਸਕੂਲ ਜਾਂਦੇ ਆ, ਸਾਨੂੰ ਸਕੂਲ ਭੇਜੋ, ਅਤੇ ਰੋਂਦੇ ਆ ਅਸੀਂ ਕਿੱਥੋਂ ਭੇਜੀਏ। ਜੇ ਸਰਕਾਰੀ ਸਕੂਲ ਜਾਂਦੇ ਤਾਂ ਅਗਲੇ ਪ੍ਰੂਫ ਮੰਗਦੇ ਆ। ਜੇ ਪ੍ਰਾਈਵੇਟ ਤਾਂ ਸਾਡਾ ਹੋ ਹੀ ਨਹੀਂ ਸਕਦਾ। ਪ੍ਰਾਈਵੇਟ ਦੀ ਇੰਨੀ ਫੀਸਾਂ ਹੈਗੀਆਂ, ਆਪਾਂ ਨਹੀਂ ਕਰ ਸਕਦੇ। ਕਿੰਨੇ ਪਰਿਵਾਰ ਰਹਿੰਦੇ ਤੁਸੀਂ? ਇਸ ਟਾਈਮ 40 ਪਰਿਵਾਰ ਹੈਗੇ ਅਫਗਾਨਿਸਤਾਨ 'ਚੋਂ ਜਿਹੜੇ ਇੱਥੇ ਆਏ ਹੈ। ਕੋਈ ਜਲੰਧਰ ਰਹਿ ਰਹੇ ਹੈ, ਕੋਈ ਲੁਧਿਆਣੇ ਰਹਿੰਦੇ ਹੈ, ਕੋਈ ਅੰਮ੍ਰਿਤਸਰ, ਕੋਈ ਜਿੱਥੇ ਜਿੱਥੇ ਰਹਿੰਦੇ ਉੱਥੇ ਹੀ ਰਹਿ ਰਹੇ। ਸਾਰਿਆਂ ਦੇ ਇਹੀ ਹਾਲਾਤ ਹੈ? ਸਾਰਿਆਂ ਦੇ ਇਹੀ ਹਾਲਾਤ ਹੈ ਜੀ, ਬਿਲਕੁਲ। ਇਹ ਕਿੰਨੇ ਸਾਲਾਂ ਤੋਂ ਤੁਸੀਂ ਇੱਦਾਂ ਦੇ ਹਾਲਾਤਾਂ 'ਚ ਰਹਿ ਰਹੇ ਹੋ? ਦੇਖੋ ਜੀ, ਅਸੀਂ 2012 ਦੇ ਜਦੋਂ ਆਏ ਹਾਂ ਸਾਡੇ ਹਾਲਾਤ ਇਹੀ ਚੱਲ ਰਹੇ ਹੈ ਇਸ ਟਾਈਮ। ਸਾਡੇ ਤੇ ਬਹੁਤ ਹਾਲਾਤ ਮਾੜੇ ਆਏ ਹੈ ਕਿ ਸਾਡੇ ਤੇ ਦੁੱਖ ਤਕਲੀਫ ਬਿਮਾਰੀ ਆਈ ਹੈ। ਮੇਰੀ ਜਿਹੜੀ ਵਾਈਫ ਸੀਗੀ ਉਹਨਾਂ ਦੀ ਉਮਰ 50 ਸਾਲ ਦੀ 50, ਉਹਨਾਂ ਨੂੰ ਲਾਗੇ ਸ਼ੂਗਰ ਹੋ ਗਈ ਸੀ ਉਹਨਾਂ ਨੂੰ। ਅੱਛਾ, ਤੁਹਾਨੂੰ ਕਿਰਾਏ ਤੇ ਰੱਖ ਲੈਂਦੇ ਲੋਕੀ? ਉੱਥੇ ਵੀ ਕਹਿੰਦੇ ਆ ਕਿ ਨਹੀਂ ਜੀ, ਕਿਰਾਏ ਤੇ ਜਿਹੜੇ ਰੱਖਦੇ ਆ ਨਾ ਨੂੰ ਨਹੀਂ ਕਰਦੇ। ਕਿਰਾਏ ਤੇ ਸਾਨੂੰ ਰੱਖਦੇ ਆ ਲੋਕ। ਕਿਰਾਇਆ ਆਪਾਂ ਟਾਈਮ ਸਿਰ ਦੇਈਦਾ, ਮਿਹਨਤ ਕਰੀਏ ਜਿੱਥੋਂ ਮਰਜ਼ੀ ਕਰੀਏ, ਕਿਰਾਇਆ ਟਾਈਮ ਸਿਰ ਦੇਈਦਾ। ਅੱਛਾ, ਉੱਥੇ ਜਿਹੜੇ ਰਿਸ਼ਤੇਦਾਰ ਰਹਿੰਦੇ ਉਹਨਾਂ ਨਾਲ ਗੱਲਬਾਤ ਹੋਈ, ਕਿੱਦਾਂ ਦੇ ਹਾਲਾਤ ਆ? ਦੇਖੋ ਜੀ, ਉਹਨਾਂ ਨਾਲ ਸਾਡੀ ਜੋ ਕੰਟੈਕਟ ਹੁੰਦਾ, ਗੱਲਬਾਤ ਹੁੰਦੀ ਹੈ। ਇਸ ਟਾਈਮ ਹਾਲਾਤ ਉੱਥੇ ਬਹੁਤ ਖਰਾਬ ਹੈਗੇ। ਜਦੋਂ ਦੇ ਤਾਲਿਬਾਨ ਦੀ ਲੜਾਈ ਚੱਲ ਰਹੀ ਹੈ ਇਸ ਟਾਈਮ, ਉਹਨਾਂ ਬਿਲਕੁਲ ਉਹ ਸੁਰੱਖਿਅਤ ਨਹੀਂ ਹੈਗੇ ਉੱਥੇ। ਉਹ ਰਹਿ ਰਹੇ ਗੁਰਦੁਆਰੇ ਮੰਦਿਰਾਂ 'ਚ। ਸਾਡੀ ਗੱਲ ਹੁੰਦੀ ਉਹਨਾਂ ਨਾਲ, ਲੇਕਿਨ ਉਹਨਾਂ ਦੇ ਇੱਕ ਵਹਿਮ, ਇੱਕ ਡਰ ਜਿਹਾ ਉਹਨਾਂ ਨੂੰ ਪਿਆ ਹੋਇਆ ਹੈ। ਆਪਾਂ ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਵੀ ਆਇਓ ਹਿੰਦੁਸਤਾਨ ਵਿੱਚ ਆਓ, ਰਹੋ। ਇਹ ਮਾਤਰ ਭੂਮੀ ਆਪਣੀ ਹੈ। ਸਰਦਾਰ ਹਿੰਦੂ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਮੁਲਕ 'ਚ ਰਹਿਣ, ਅਮਰੀਕਾ, ਜਰਮਨੀ, ਜਾਪਾਨ ਜਿੱਥੇ ਰਹਿਣ, ਹੈ ਤਾਂ ਹਿੰਦੀ ਹੈਗਾ ਹਿੰਦੁਸਤਾਨੀ ਹੈ। ਉਹਨੂੰ ਹਿੰਦੂ ਹੀ ਕਹਿਣਾ ਉਹਨੇ। ਆਪਾਂ ਜਿਹੜੇ ਮਰਜ਼ੀ ਮੁਲਕੇ ਰਹਿ ਰਹੀਏ। ਹੁਣ ਅਸੀਂ ਅਫਗਾਨਿਸਤਾਨ ਹੀ ਰਹਿੰਦੇ ਸੀ, ਸਾਡਾ ਜੰਮਪਲ ਉੱਥੋਂ ਦਾ ਹੀ ਹੈ, ਲੇਕਿਨ ਅਗਲਾ ਸਾਨੂੰ ਹਿੰਦੁਸਤਾਨੀ ਹੀ ਕਹਿੰਦਾ ਸੀਗਾ ਕਿ ਹਿੰਦੁਸਤਾਨ ਦਾ ਹੀ ਆ। ਮੇਰਾ ਨਾਮ ਕੁਰਿੰਦਰ ਸਿੰਘ। ਅੱਛਾ, ਕੀ ਹਾਲਾਤ ਹੈ? ਤੁਸੀਂ ਸਕੂਲ ਜਾਂਦੇ ਹੋ? ਨਹੀਂ ਜੀ। ਕੀ ਕਾਰਨ ਹੈ, ਕਿਉਂ ਨਹੀਂ ਜਾ ਪਾਉਂਦੇ ਸਕੂਲ? ਸਾਡੇ ਇੱਥੇ ਕਾਬਲ 'ਚ ਰਹਿੰਦੇ, ਸਾਡੇ ਤੇ ਅਟੈਕ ਹੋ ਗਿਆ। ਇੱਥੇ ਅਸੀਂ ਰਹਿਣ ਆਏ ਸੀਗੇ, ਇੱਥੇ ਵੀ ਸਾਨੂੰ ਰਹਿਣ ਨਹੀਂ ਦਿੰਦੇ ਆ, ਇਸ ਲਈ ਅਸੀਂ ਸਕੂਲ ਨਹੀਂ ਪੜ੍ਹ ਪਾਉਂਦੇ ਆ। ਕੋਈ ਕਾਰਡ ਵਗੈਰਾ ਪ੍ਰੂਫ ਮੰਗਦੇ ਤੁਹਾਡੇ ਕੋਲ? ਹਾਂਜੀ, ਕੋਈ ਨਹੀਂ ਮਿਲਿਆ ਸਾਡਾ ਕੁਛ ਵੀ ਨਹੀਂ। ਕੁਝ ਨਹੀਂ ਬਣਿਆ ਹਜੇ ਤੱਕ? ਅੱਛਾ, ਦੂਜੇ ਬੱਚੇ ਜਿਹੜੇ ਸਕੂਲ ਜਾਂਦੇ ਹੁੰਦੇ ਦੇਖ ਕੇ ਕਦੇ ਲੱਗਦਾ ਕਿ ਅਸੀਂ ਵੀ ਸਕੂਲ ਜਾਈਏ, ਅਸੀਂ ਵੀ ਪੜ੍ਹੀਏ? ਹਾਂਜੀ, ਕੀ ਲੱਗਦਾ ਸਾਨੂੰ ਵੀ ਆਪਣਾ ਪੜ੍ਹਨ ਲਈ ਮਨ ਕਰਦਾ ਵਾ।
ਅਫਗਾਨਿਸਤਾਨ ਦੇ ਵਿਗੜਦੇ ਹੋਏ ਹਾਲਾਤਾਂ ਤੋਂ ਤੇ ਜਿਸ ਤਰੀਕੇ ਦੀਆਂ ਤਸਵੀਰਾਂ ਜਾਂ ਫਿਰ ਵੀਡੀਓਜ਼ ਸਾਹਮਣੇ ਆ ਰਹੀਆਂ ਨੇ, ਉਹਨਾਂ ਤੋਂ ਹਰ ਕੋਈ ਪਰੇਸ਼ਾਨੀ ਦੇ ਆਲਮ ਦੇ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਲਗਾਤਾਰ ਭਾਰਤ ਸਰਕਾਰ ਨੂੰ ਅਤੇ ਅਫਗਾਨਿਸਤਾਨ ਦੇ ਵਿੱਚ ਲੋਕਾਂ ਦੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ। ਦੱਸਿਏ ਕਿ ਇਸ ਤੋਂ ਪ੍ਰਤਾਪ ਸਿੰਘ ਬਾਜਵਾ ਵੀ ਕਾਫੀ ਚਿੰਤਤ ਦਿਖਾਈ ਦੇ ਰਹੇ ਨੇ। ਉਹਨਾਂ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਤਾਲਿਬਾਨੀਆਂ ਵੱਲੋਂ ਇੱਕ ਜੀਪ ਜੋ ਹੈ ਹਥਿਆਰਾਂ ਦੇ ਜ਼ਖੀਰੇ ਦੇ ਨਾਲ ਭਰੀ ਗਈ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਵੱਲੋਂ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮਾਮਲੇ ਤੇ ਕੋਈ ਕਦਮ ਚੁੱਕਣ ਤੇ ਅਫਗਾਨਿਸਤਾਨ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਜਾਂ ਘੱਟ ਗਿਣਤੀ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਪ੍ਰਤਾਪ ਸਿੰਘ ਬਾਜਵਾ ਵੱਲੋਂ ਟਵੀਟ ਕਰਕੇ ਇਹ ਮੰਗ ਕੀਤੀ ਗਈ ਹੈ। ਸੋ ਅਫਗਾਨਿਸਤਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਾਲਾਤ ਤੁਸੀਂ ਸਭ ਜਾਣਦੇ ਹੋ। ਅਜਿਹੇ ਵਿੱਚ ਜੋ ਪਰਿਵਾਰ ਅਫਗਾਨਿਸਤਾਨ ਤੋਂ ਪਰਤੇ ਨੇ ਉਹ ਭਾਰਤ ਵਿੱਚ ਰਹਿ ਰਹੇ ਨੇ ਲੰਬੇ ਸਮੇਂ ਤੋਂ। ਬੇਸ਼ੱਕ ਉਹਨਾਂ ਨੂੰ ਨਾਗਰਿਕਤਾ ਮਿਲ ਗਈ ਹੈ, ਪਰ ਜੋ ਉਹਨਾਂ ਦੇ ਹਾਲਾਤ ਨੇ ਉਹ ਖਰਾਬ ਹਨ। ਉਹ ਇਸ ਕਦਰ ਖਰਾਬ ਹਨ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਵੀ ਸਹੀ ਢੰਗ ਦੇ ਨਾਲ ਨਹੀਂ ਕਰ ਸਕਦੇ। ਬੇਹੱਦ ਤਰਸਯੋਗ ਹਾਲਾਤ। ਹਾਲਾਂਕਿ ਸਿਰਮੌਰ ਸੰਸਥਾ SGPC ਵੱਲੋਂ ਉਹਨਾਂ ਦੀ ਮਦਦ ਦੀ ਗੱਲ ਕੀਤੀ ਜਾ ਰਹੀ ਹੈ। ਹੋ ਵੀ ਸਕਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ SGPC ਪਰਿਵਾਰਾਂ ਦੀ ਮਦਦ ਕਰ ਰਹੀ ਹੋ, ਪਰ ਕੁਝ ਪਰਿਵਾਰ ਅਜੇ ਵੀ ਵਾਂਝੇ ਦਿਖਾਈ ਦੇ ਰਹੇ ਨੇ। ਹਾਲਾਂਕਿ ਜੇਕਰ ਅਸੀਂ ਗੱਲ ਕਰੀਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਤਾਂ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਈ ਵਾਰ ਇਹ ਆਵਾਜ਼ ਜੋ ਹੈ ਉਠਾਈ ਗਈ ਹੈ, ਮੰਗ ਕੀਤੀ ਗਈ ਹੈ ਕਿ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਤੇ ਧਾਰਮਿਕ ਜੋ ਇਤਿਹਾਸਕ ਸਥਾਨ ਹਨ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ ਜ਼ਰੂਰ ਇਸ ਤੇ ਕੋਈ ਨਾ ਕੋਈ ਕਦਮ ਚੁੱਕੇਗੀ। ਹੁਣ ਤੱਕ ਦੀ ਜਾਣਕਾਰੀ ਦੇ ਲਈ ਇੰਨਾ ਹੀ। ਮੈਨੂੰ ਇਜਾਜ਼ਤ ਦਿਓ। ਤੁਸੀਂ ਦੇਖਦੇ ਰਹੋ ਅਕਾਲ ਚੈਨਲ। ਸਤਿ ਸ਼੍ਰੀ ਅਕਾਲ।